ਸਰਕਾਰ ਬਣਨ ਤੋਂ ਇੱਕ ਦਿਨ ਪਹਿਲਾਂ 31,000 ਕਰੋੜ ਜਿਹੜਾ ਸੀ ਉਹ ਸਾਡੇ ਖਾਤੇ ਤੇ ਮੜ ਕੇ ਦਿੱਤਾ ਗਿਆ ਐਜ਼ ਕਰਜ਼ਾ। ਰਿਜ਼ਰਵ ਬੈਂਕ ਨੇ ਟ੍ਰੈਜਰੀ ਬੰਦ ਕਰਤੀ ਔਰ 8,000 ਕਰੋੜ ਦੀਆਂ ਦੇਣਦਾਰੀਆਂ ਪਹਿਲੇ ਦਿਨ ਹੀ 39,000 ਕਰੋੜ ਦਾ ਕਰਜ਼ ਦਾ ਸਾਹਮਣਾ ਹੋਵੇ। ਉਸ ਕਿਸ਼ਤੀ ਨੂੰ ਤੂਫਾਨ ਚੋਂ ਕਿਵੇਂ ਕੱਢਣਾ ਹੈ ਔਰ ਉਹਨੂੰ ਕਿਨਾਰਾ ਦੇਣਾ ਹੈ, ਇਹ ਤੁਹਾਡੇ ਦੇਖਣ ਵਾਲੇ ਸੋਚ ਸਕਦੇ ਆ। ਸਾਡੀ ਆਮਦਨੀ 98 ਹੈ, ਖਰਚਾ ਸਾਡਾ ਰੁਪਈਆ ਹੈਗਾ। ਕਰਜ਼ੇ ਦੀ ਤੁਸੀਂ ਗੱਲ ਕੀਤੀ ਹੈ, 3.5 ਲੱਖ ਕਰੋੜ ਤੇ ਸਾਡਾ ਪੰਜਾਬ ਦਾ ਜਿਹੜਾ ਕਰਜ਼ਾ ਹੈਗਾ ਪਹੁੰਚ ਗਿਆ ਲਗਭਗ ਆਈ ਥਿੰਕ 20,000 ਕਰੋੜ ਤੇ ਸਾਨੂੰ ਜਿਹੜਾ ਉਸਦਾ ਵਿਆਜ ਦੇਣਾ ਪੈ ਰਿਹਾ। ਜਦੋਂ ਵਿਆਜ ਹੀ ਇਹਨਾਂ ਸਾਨੂੰ ਦੇਣਾ ਪੈ ਰਿਹਾ ਤੇ ਸਾਡਾ ਸੂਬਾ ਕਿਵੇਂ ਤਰੱਕੀ ਕਰੂਗਾ? ਕੀ ਸੋਚਦੇ ਹੋ ਕਿ ਕਰਜ਼ੇ ਦੇ ਵਿੱਚੋਂ ਕਿਵੇਂ ਕੱਢਾਂਗੇ ਪੰਜਾਬ ਨੂੰ? ਮੈਂ ਇਸ ਬਜਟ ਦੇ ਵਿੱਚ 150 ਕਰੋੜ ਰੁਪਇਆ ਇਹ ਜਿਹੜਾ ਸਰਕਾਰੀ ਬੱਸਾਂ 'ਚ ਮੁਫਤ ਸਫ਼ਰ ਹੈ ਇਹਦੇ ਵਾਸਤੇ ਰੱਖਿਆ। ਜੋ ਸਾਨੂੰ ਫੀਡਬੈਕ ਆਈ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਬੱਸਾਂ ਹੈ ਇਹਦੇ 'ਚ 50% ਹੀ ਸੀਟਾਂ ਭਰੀਆਂ ਹੁੰਦੀਆਂ। ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ 2 ਲੱਖ ਦੇ ਕਰਜ਼ੇ ਤੱਕ ਲਕੀਰ ਮਾਰੀ ਤੇ ਕਾਫੀ ਕਿਸਾਨਾਂ ਨੂੰ ਫਾਇਦਾ ਵੀ ਹੋਇਆ ਇਸ ਸਕੀਮ ਦਾ, ਲੇਕਿਨ ਉਸ ਦੇ ਬਾਵਜੂਦ ਵੀ ਲਗਭਗ 1400-1500 ਕਿਸਾਨ ਖੁਦਕੁਸ਼ੀਆਂ ਹਾਲੇ ਵੀ ਕਰ ਗਏ। ਮਤਲਬ ਕਿ ਤੁਸੀਂ ਚਾਹੁੰਦੇ ਸੀ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਿਆ ਜਾਵੇ, ਉਸ ਦੇ ਬਾਵਜੂਦ ਵੀ ਕਿਸਾਨ ਬੋਝ ਦੇ ਹੇਠੋਂ ਨਹੀਂ ਬਾਹਰ ਆਏ। ਤੁਹਾਨੂੰ ਨਹੀਂ ਲੱਗਦਾ ਕਿ ਸਰ ਛੋਟੂ ਰਾਮ ਹੋਰਾਂ ਨੇ ਜੋ ਆਈਡੀਆਜ਼ ਦਿੱਤੇ ਸੀ ਉਹਨਾਂ ਦੇ ਉੱਤੇ ਵਰਕਣ ਦੀ ਲੋੜ ਸੀ, ਇਤਿਹਾਸ ਨੂੰ ਅੱਜ ਪੜ੍ਹਨ ਦੀ ਲੋੜ ਸੀ? ਮੰਨਿਆ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਸਾਰੀਆਂ ਫਸਲਾਂ ਉੱਤੇ MSP ਦਾ ਵੀ ਐਲਾਨ ਕਰ ਸਕਦੀ ਹੈ ਇਸ ਬਜਟ ਦੇ ਵਿੱਚ, ਕਿ ਇਸ ਉੱਤੇ ਵੀ ਵਿਚਾਰ ਕੀਤਾ ਤੁਸੀਂ? ਪਰ ਸਾਰੀਆਂ ਫਸਲਾਂ ਤੇ ਤਾਂ ਮੈਨੂੰ ਲੱਗਦਾ ਕਿਸਾਨ ਨੂੰ ਆਪ ਹੀ ਪਤਾ ਹੈ ਕਿ ਹੋ ਨਹੀਂ ਸਕਦਾ। ਜ਼ਮੀਨੀ ਪੱਧਰ ਉੱਤੇ ਰਿਪੋਰਟਿੰਗ ਕਰਦੇ ਆ, ਉਹ ਇਸ ਗੱਲ ਤੋਂ ਦੁਖੀ ਨੇ, ਮੋਟੇ ਬਿੱਲ ਭਰਨੇ ਪੈ ਰਹੇ ਨੇ ਘਰੇਲੂ, ਤੇ ਤੁਸੀਂ ਕਿਸਾਨਾਂ ਦੇ ਬਿੱਲ ਤਾਂ ਮਾਫ ਕਰ ਦਿੱਤੇ। ਉਹਨਾਂ ਨੂੰ ਉਮੀਦਾਂ ਸੀ ਕਿ ਇਸ ਬਾਰੇ ਵੀ ਪੰਜਾਬ ਸਰਕਾਰ ਅੱਜ ਕੋਈ ਵੱਡਾ ਐਲਾਨ ਕਰੂ। ਕਿਤੇ ਇਹ ਨਾ ਹੋਵੇ ਕਿ ਅਸੀਂ ਰੱਦ ਕਰ ਦਈਏ ਔਰ ਰੱਦ ਕਰਕੇ ਉਹ ਸਾਨੂੰ ਲੈਣੇ ਦੇ ਦੇਣੇ ਪੈ ਜਾਣ। ਮੇਰਾ ਇਰਾਦਾ ਹੈ ਔਰ ਇਹ ਇਰਾਦਾ ਕਤਲ ਵੀ ਹੈ ਕਿ ਇਹ ਕਰਨਾ ਜ਼ਰੂਰ ਹੈ, ਬਟ ਜਦੋਂ ਹੀ ਮੌਕਾ ਮਿਲਿਆ ਮੈਂ ਵਾਰਦਾਤ ਕਰ ਦੂੰ। ਪਰ 80 ਦੇਸ਼ਾਂ ਦੇ ਵਿੱਚ NRI ਵੀ ਸੁਣ ਰਹੇ ਨੇ, ਇਸ ਬਜਟ ਦੇ ਵਿੱਚ NRI ਲਈ ਕੀ ਕੁਝ ਖਾਸ? ਹਮਦਰਦ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਮਨ ਮੋਹਨ ਮੋਹਜਾਲ। ਸੋ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ। ਲੋਕਾਂ ਨੂੰ ਕਾਫੀ ਤੋਹਫੇ ਮਿਲੇ ਨੇ। ਖਾਸ ਤੌਰ ਤੇ ਜੇ ਗੱਲ ਕਰੀਏ 1500 ਰੁਪਏ ਜਿਹੜੀ ਪੈਨਸ਼ਨ ਹੋ ਗਈ ਹੈ, ਜਿਹੜਾ ਆਸ਼ੀਰਵਾਦ ਸ਼ਗਨ ਹੈ ਉਹ 21,000 ਤੋਂ ਹੁਣ 51,000 ਹੋ ਗਿਆ। ਵੱਡੀ ਗੱਲ ਇਹ ਹੈ ਕਿ ਵੂਮਨਸ ਡੇ ਦੇ ਉੱਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਔਰਤਾਂ ਪੰਜਾਬ ਦੇ ਵਿੱਚ ਬਿਲਕੁਲ ਮੁਫਤ ਸਫ਼ਰ ਕਰਨਗੀਆਂ ਸਰਕਾਰੀ ਬੱਸਾਂ ਦੇ ਵਿੱਚ। ਸਤਿਕਾਰਯੋਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਬਾਦਲ ਸਾਹਿਬ, ਅੱਜ ਤੁਸੀਂ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਵੂਮਨਸ ਡੇ ਦੇ ਉੱਤੇ, ਤੇ ਸ਼ਗਨ ਸਕੀਮ ਦੀ ਵੀ ਗੱਲ ਕਰੀਏ ਤੁਸੀਂ ਉਹ ਵੀ ਵਧਾਈ, ਤੇ ਬੁਢਾਪਾ ਪੈਨਸ਼ਨ ਦੀ ਵੀ ਗੱਲ ਕਰੀਏ ਉਸ ਵਿੱਚ ਵਾਅਦਾ ਕੀਤਾ। ਖਾਸ ਤੌਰ 'ਤੇ ਅੱਜ ਸਭ ਤੋਂ ਵੱਡੀ ਤੁਸੀਂ ਕੀ ਆਪਣੀ ਕਾਮਯਾਬੀ ਮੰਨਦੇ ਹੋ ਇਸ ਬਜਟ ਦੀ? ਲੋਕਾਂ ਨੂੰ ਸਭ ਤੋਂ ਵੱਡਾ ਤੋਹਫਾ ਤੁਹਾਡੇ ਵੱਲੋਂ ਕੀ ਗਿਆ? ਦੇਖੋ, ਇਹ ਜਿਹੜਾ ਬਜਟ ਹੁੰਦਾ ਹੈ, ਔਰ ਮੈਂ ਤੁਹਾਡੇ ਸਭ ਤੋਂ ਪਹਿਲਾਂ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਤੇ। ਬਜਟ ਜਿਹੜਾ ਹੁੰਦਾ ਹੈ ਉਹਨੂੰ ਕਿਤੇ 1 ਸਾਲ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ। ਦਰਅਸਲ ਇਹ 5 ਸਾਲਾਂ ਦਾ ਸਫ਼ਰ ਹੁੰਦਾ ਜੀ, ਔਰ ਕਈ ਵਾਰੀ ਦੇਖਣ ਵਾਲਿਆਂ ਦੀ ਯਾਦਾਸ਼ਤ ਬੜੀ ਕਮਜ਼ੋਰ ਹੁੰਦੀ ਹੈ ਜੀ। ਔਰ ਕਿੰਨਾ ਹਾਲਾਤਾਂ ਦੇ ਵਿੱਚ ਪੰਜਾਬ ਮਿਲਿਆ ਸੀ 2017 'ਚ, ਔਰ ਕਿਸ ਕਿਸਮ ਦੇ ਕਰਜ਼ੇ, ਜਿਹੜਾ CCL ਲਿਮਿਟ ਸੀ ਉਹਨੂੰ ਕਰਜ਼ ਦੇ ਵਿੱਚ ਸਰਕਾਰ ਬਣਨ ਤੋਂ ਇੱਕ ਦਿਨ ਪਹਿਲਾਂ 31,000 ਕਰੋੜ ਜਿਹੜਾ ਸੀ ਉਹ ਸਾਡੇ ਖਾਤੇ ਤੇ ਮੜ ਕੇ ਦਿੱਤਾ ਗਿਆ ਐਜ਼ ਕਰਜ਼ਾ। ਰਿਜ਼ਰਵ ਬੈਂਕ ਨੇ ਟ੍ਰੈਜਰੀ ਬੰਦ ਕਰਤੀ ਔਰ 8,000 ਕਰੋੜ ਦੀਆਂ ਦੇਣਦਾਰੀਆਂ ਅਕਾਲੀ ਸਰਕਾਰ ਦੀਆਂ, ਜਿਹਦੀ ਕੋਲੇ ਕੋਈ ਸੈਂਕਸ਼ਨ ਨਹੀਂ ਸੀ ਕੰਮ ਕਰਾਉਣ ਦੀ, ਉਹ ਸਾਨੂੰ 6 ਮਹੀਨਿਆਂ ਬਾਅਦ ਪਤਾ ਚੱਲਿਆ। ਸੋ ਇੱਕ ਜਿਹੜੀ ਲੋਕਾਂ ਦੇ ਆਸਾਂ ਤੇ ਉਮੀਦਾਂ ਨਾਲ ਸਰਕਾਰ ਚੁਣ ਕੇ ਆਈ ਹੋਵੇ ਔਰ ਉਹਨੂੰ ਪਹਿਲੇ ਦਿਨ ਹੀ 39,000 ਕਰੋੜ ਦਾ ਕਰਜ਼ ਦਾ ਸਾਹਮਣਾ ਹੋਵੇ, ਉਸ ਕਿਸ਼ਤੀ ਨੂੰ ਤੂਫਾਨ ਚੋਂ ਕਿਵੇਂ ਕੱਢਣਾ ਹੈ ਔਰ ਉਹਨੂੰ ਕਿਨਾਰਾ ਦੇਣਾ ਹੈ, ਇਹ ਤੁਹਾਡੇ ਦੇਖਣ ਵਾਲੇ ਸੋਚ ਸਕਦੇ ਆ। ਕੋਵਿਡ ਦਾ ਸਾਲ ਚੱਲਿਆ, ਜਿਹੜਾ ਹੁਣ ਰਵਾਂ ਸਾਲ ਚੱਲ ਰਿਹਾ, ਔਰ ਇਨਸਾਨੀ ਤਵਾਰੀਖ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਕਿ ਇਸ ਕਿਸਮ ਦੀ ਮਹਾਮਾਰੀ ਨੇ ਸਾਰੀ ਦੁਨੀਆ ਔਰ ਜਿਹੜੇ ਵੱਡੇ ਵੱਡੇ ਖੱਬੀ ਖਾਂ ਮੁਲਕ ਸੀਗੇ, ਅਮਰੀਕਾ, ਇੰਗਲੈਂਡ, ਫਰਾਂਸ, ਇਟਲੀ, ਇਹ ਸਾਰੇ ਮੁਲਕ ਹੀ ਲੜਖੜਾ ਗਏ। ਕੋਈ ਰਿਆਸਤ ਜੇ ਕਹਿੰਦੀ ਹੈ ਕਿ ਸਾਨੂੰ ਕੋਵਿਡ ਦਾ ਅਸਰ ਨਹੀਂ ਹੋਇਆ ਤਾਂ ਮੈਨੂੰ ਲੱਗਦਾ ਇਹ ਗਲਤ ਹੋਏਗੀ, ਸ਼ਾਇਦ ਸਿਵਾਏ ਚੀਨ ਤੋਂ। ਔਰ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਪੰਜਾਬ ਨੂੰ ਕਿਵੇਂ ਬਚਾ ਕੇ ਰੱਖਿਆ, ਔਰ ਅੱਜ ਅਸੀਂ ਇਸ ਹੈਸੀਅਤ ਦੇ ਵਿੱਚ ਆ ਗਏ ਹਾਂ ਕਿ ਜਿਹੜੀ ਸਾਡੀਆਂ ਸੋਸ਼ਲ ਸੈਕਟਰ ਹੈ, ਸੋਸ਼ਲ ਸੈਕਟਰ ਦੇ ਵਿੱਚ ਐਜੂਕੇਸ਼ਨ, ਹੈਲਥ ਆ ਜਾਂਦਾ ਹੈ, ਐਗਰੀਕਲਚਰ ਅਤੇ ਐਲਾਈਡ ਐਕਟੀਵਿਟੀਜ਼ ਹੈ, ਜਿਹਦੇ 'ਚ ਨਹਿਰਾਂ ਦਾ ਨਿਜ਼ਾਮ, ਉਹਦੇ 'ਚ ਬਹੁਤ ਵੱਡੀਆਂ ਰਕਮਾਂ ਜਿਹੜੀਆਂ ਅਸੀਂ ਰੱਖ ਚੁੱਕੇ ਹਾਂ। ਔਰ
ਮੈਂ ਅਰਜ਼ ਕਰ ਰਿਹਾ ਸੀ ਕਿ ਮੈਂ ਪਿੰਡਾਂ 'ਚ ਪੈਦਾ ਹੋਇਆ, ਪਿੰਡਾਂ 'ਚ ਮੇਰੀ ਪਰਵਰਿਸ਼ ਹੋਈ ਹੈ, ਔਰ ਤੁਹਾਨੂੰ ਮੇਰੀ ਗੱਲ 'ਤੇ ਯਕੀਨ ਕਰਨਾ ਪੈਣਾ ਹੈ ਕਿ ਮੁਹੱਲਿਆਂ ਦੇ ਵਿੱਚ, ਬਸਤੀਆਂ ਦੇ ਵਿੱਚ ਐਸੇ ਲੋਕ ਵੀ ਹੈ ਜਿਨ੍ਹਾਂ ਕੋਲ 10 ਰੁਪਏ ਵੀ ਨਹੀਂ, ਜਿਹੜੇ ਕਿ ਇਹ 750 ਰੁਪਇਆ ਜਿਹੜੀ ਪੈਨਸ਼ਨ ਆਉਂਦੀ ਹੈ ਸਰਕਾਰੀ, ਉਹ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਉਹਦਾ, ਮੈਂ ਉਹਦਾ ਬਿਆਨ ਨਹੀਂ ਕਰ ਸਕਦਾ। ਔਰ ਉਸ ਬਾਪ ਦਾ ਦਿਲ ਜਾਣਦਾ ਹੈ ਜਿਹਨੇ ਆਪਣੀ ਬੇਟੀ ਦੇ ਹੱਥ ਪੀਲੇ ਕਰਨੇ ਹੋਣ, ਬੇਟੀ ਦੇ ਸਿਰ 'ਤੇ ਵਾਲ ਚਿੱਟੇ ਆ ਰਹੇ ਹੈ, ਔਰ ਉਹਨੂੰ ਵਿਦਾ ਕਿਵੇਂ ਕਰਨਾ ਹੈ, ਉਹ ਬਾਪ ਦਾ ਦਿਲ ਜਾਣਦਾ ਹੈ। ਮੈਨੂੰ ਇਹ ਸਾਰੀਆਂ ਗੱਲਾਂ ਦਾ ਅਹਿਸਾਸ ਸੀ, ਔਰ ਅਸੀਂ ਜਿਹੜਾ ਪਹਿਲਾ ਔਰ ਇਸ ਸਾਲ ਅਸੀਂ ਆਪਣੇ, ਕਿਉਂਕਿ ਕੋਵਿਡ ਦੇ ਮੰਦੇ 'ਚੋਂ ਨਿਕਲ ਰਹੇ ਹਾਂ, ਸੋ ਸਭ ਤੋਂ ਪਹਿਲਾ ਕੰਮ ਇਹੀ ਕੀਤਾ ਕਿ ਜਿਹੜਾ ਪੰਜਾਬ ਦਾ ਰੈਵਨਿਊ ਹੈ ਜਾਂ ਖਜ਼ਾਨਾ ਹੈ, ਉਹਦੇ 'ਤੇ ਸਭ ਤੋਂ ਵੱਡਾ ਅਧਿਕਾਰ ਕਿਹਦਾ ਹੈ? ਜਿਹੜਾ ਸਭ ਤੋਂ ਜ਼ਿਆਦਾ ਗਰੀਬ ਹੈ। ਸੋ ਅਸੀਂ ਜਿਹੜਾ ਵੈਲਫੇਅਰ ਦੀਆਂ ਸਕੀਮਾਂ, ਸੋਸ਼ਲ ਸੈਕਟਰ ਦੀਆਂ, ਐਗਰੀਕਲਚਰ, ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ, ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਉਹ ਬਹਾਰਾਂ ਪੰਜਾਬ ਦੇ ਵਿੱਚ ਫਿਰ ਲੌਟ ਕੇ ਆਉਣ। ਇਹ ਸਾਰਾ ਮੰਜ਼ਰਨਾਮਾ ਜਿਹੜਾ ਹੈ, ਇਹ 5 ਸਾਲ ਦੇ ਸਫ਼ਰ ਦਾ, ਇਹ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਔਰ ਜੇ ਕੋਈ ਕਵੇ ਕਿ ਤੁਹਾਨੂੰ ਸੰਤੁਸ਼ਟੀ ਹੋ ਗਈ ਹੈ, ਤਾਂ ਕਿਸੇ ਵੀ ਹਾਲ 'ਚ ਸੰਤੁਸ਼ਟ ਹੋ ਕੇ ਬੈਠ ਜਾਣਾ ਇਹ ਜ਼ਿੰਦਾ ਕੌਮਾਂ ਦੀ ਸ਼ਨਾਖਤ ਨਹੀਂ ਹੁੰਦੀ। ਪੰਜਾਬ ਬਹੁਤ ਸਾਰੀਆਂ ਮੰਜ਼ਿਲਾਂ ਜਿਹੜੀਆਂ ਉਹ ਪੰਜਾਬ ਦੇ ਕਦਮਾਂ ਦੇ ਮੁੰਤਜ਼ਰ ਹੈ, ਉਹ ਤਰੱਕੀ ਦੇ ਜਿਹੜੇ ਮੰਜ਼ਿਲ ਹੈ। ਸੋ ਬਟ ਬਹਰਹਾਲ ਜਿਸ ਕਿਸਮ ਦੇ ਹਾਲਾਤ ਸਾਨੂੰ ਮਿਲੇ ਸੀ, ਮੈਂ ਸਮਝਦਾ ਕਿ ਪੰਜਾਬ ਜਿਹੜਾ ਹੈ ਅਜ਼ਮਾਇਸ਼ ਦੀ ਦਲਦਲ 'ਚੋਂ ਨਿਕਲ ਚੁੱਕਿਆ, ਔਰ ਪੰਜਾਬ ਇੱਕ ਵਾਰੀ ਫਿਰ ਦਾਅਵਾ ਪੇਸ਼ ਕਰ ਸਕਦਾ ਹੈ ਹਿੰਦੁਸਤਾਨ ਦੇ ਵਿੱਚ ਕਿ ਜਿੰਨੇ ਵੀ ਹਿੰਦੁਸਤਾਨ ਦੇ ਸੂਬੇ ਹੈ ਉਹਦੇ 'ਚ ਅੱਛੀ ਗਰੋਥ ਵਾਲਾ ਔਰ ਅੱਛੀ ਪਬਲਿਕ ਮੈਨੇਜਮੈਂਟ ਵਾਲਾ ਸੂਬਾ ਪੰਜਾਬ ਹੈ। ਔਰ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਇਹ ਗੱਲ ਕਹਾਂਗਾ ਕਿ ਹਿੰਦੁਸਤਾਨ ਦੀ ਤਰੱਕੀ ਦੇ ਅੱਜ ਵੀ ਬੜੇ ਸਫ਼ੇ ਕੋਰੇ ਪਏ ਹੈ, ਔਰ ਪੰਜਾਬ ਉਹਨਾਂ ਸਫ਼ਿਆਂ ਦੀ ਰੌਣਕ ਬਣ ਸਕਦਾ ਹੈ, ਬਸ਼ਰਤ ਜਿਹੜਾ ਹੈ ਕਿ ਆਪਾਂ ਸਾਰੇ ਇਸ ਗੱਲ 'ਤੇ ਇਕੱਠੇ ਹੋਈਏ, ਸਿਰ ਨਾਲ ਸਿਰ ਜੋੜ ਲਈਏ, ਹੱਥ ਨਾਲ ਹੱਥ ਜੋੜ ਲਈਏ, ਔਰ ਪੰਜਾਬ ਨੂੰ ਅਗਲੀ ਦਹਾਕਿਆਂ ਦੇ ਵਿੱਚ ਲਿਜਾਣ ਲਈ ਆਪਾਂ ਅੱਛੀ ਨੀਅਤ ਔਰ ਅੱਛੇ ਜਜ਼ਬੇ ਨਾਲ ਆਪਾਂ ਕੰਮ ਕਰੀਏ। ਜੀ, ਤੁਸੀਂ ਗੱਲ ਕੀਤੀ ਹੈ ਕਿ ਚੰਗੀ ਨੀਅਤ ਨਾਲ ਕੰਮ ਕਰਨਾ ਚਾਹੀਦਾ। ਜੇ ਗੱਲ ਕਰੀਏ ਆਪਾਂ ਕਰਜ਼ੇ ਦੀ, ਤਾਂ ਉਹੀ ਸੂਬਾ ਤਰੱਕੀ ਕਰਦਾ ਹੈ ਜਿਸ ਦੀ ਆਮਦਨੀ ਜ਼ਿਆਦਾ ਹੋਵੇ, ਖਰਚੇ ਘੱਟ ਹੋਣ। ਸਾਡੀ ਆਮਦਨੀ 98 ਹੈ, ਖਰਚਾ ਸਾਡਾ ਰੁਪਈਆ ਹੈਗਾ। ਕਰਜ਼ੇ ਦੀ ਤੁਸੀਂ ਗੱਲ ਕੀਤੀ ਹੈ, 3.25 ਲੱਖ ਕਰੋੜ 'ਤੇ ਸਾਡਾ ਪੰਜਾਬ ਦਾ ਜਿਹੜਾ ਕਰਜ਼ਾ ਹੈਗਾ ਪਹੁੰਚ ਗਿਆ, ਲਗਭਗ ਆਈ ਥਿੰਕ 20,000 ਕਰੋੜ 'ਤੇ ਸਾਨੂੰ ਜਿਹੜਾ ਉਸਦਾ ਵਿਆਜ ਦੇਣਾ ਪੈ ਰਿਹਾ। ਜਦੋਂ ਵਿਆਜ ਹੀ ਇਹਨਾਂ ਸਾਨੂੰ ਦੇਣਾ ਪੈ ਰਿਹਾ, ਤਾਂ ਸਾਡਾ ਸੂਬਾ ਕਿਵੇਂ ਤਰੱਕੀ ਕਰੂਗਾ? ਕੀ ਸੋਚਦੇ ਹੋ ਕਿ ਕਰਜ਼ੇ ਦੇ ਵਿੱਚੋਂ ਕਿਵੇਂ ਕੱਢਾਂਗੇ ਪੰਜਾਬ ਨੂੰ? ਸਭ ਜੇ ਤੁਸੀਂ ਇਸ ਸਾਲ ਦਾ ਬਜਟ ਦੇਖਿਆ ਹੋਵੇ ਤਾਂ ਸਾਡੀ ਕੁੱਲ ਆਮਦਨ 1,60,000 ਕਰੋੜ ਹੈ, ਔਰ ਸਾਡਾ ਜਿਹੜਾ ਖਰਚਾ ਹੈ ਉਹ 1,68,000 ਕਰੋੜ ਹੈ। 8,000 ਕਰੋੜ ਦਾ ਇਸ ਵਾਰ ਖਸਾਰਾ ਹੈ। ਜੇ ਮੈਂ ਚਾਹੁੰਦਾ ਤਾਂ ਇਹਨੂੰ ਜ਼ੀਰੋ ਵੀ ਕਰ ਸਕਦਾ ਸੀ, ਸਰਪਲਸ ਵੀ ਕਰ ਸਕਦਾ ਸੀ, ਕਿਉਂਕਿ ਮੈਂ ਕੈਪੀਟਲ ਐਕਸਪੈਂਡੀਚਰ ਦੇ ਵਿੱਚ 14,000 ਕਰੋੜ ਰੁਪਇਆ ਰੱਖ ਲਿਆ। ਮੈਂ ਚਾਹੁੰਦਾ ਸੀ ਕਿ ਮੇਰਾ ਅਖੀਰਲਾ ਬਜਟ ਹੈ, ਮੈਂ ਸਰਪਲਸ ਬਜਟ ਹੀ ਪੇਸ਼ ਕਰਾਂ, ਪਰ ਜਿਹੜੇ ਮੇਰੇ ਨਾਲ ਇਕੋਨੋਮਿਸਟ ਕੰਮ ਕਰਦੇ ਆ, ਉਹਨਾਂ ਨੇ ਮੈਨੂੰ ਸਮਝਾਇਆ ਕਿ ਮੰਦੇ ਦਾ ਸਾਲ ਹੈ, ਔਰ ਮੰਦੇ ਦੇ ਸਾਲ ਦੇ ਵਿੱਚ ਜੇ ਪਬਲਿਕ ਸਪੈਂਡਿੰਗ ਨਹੀਂ ਹੋਊਗੀ ਤਾਂ ਪੰਜਾਬ ਜਿਹੜਾ ਮੰਦੇ 'ਚੋਂ ਨਹੀਂ ਨਿਕਲ ਸਕਦਾ। ਔਰ ਜਿੱਥੋਂ ਤੱਕ ਕਰਜ਼ੇ ਦਾ ਸਵਾਲ ਹੈ, ਅਸੀਂ ਜਿਹੜਾ ਕਰਜ਼ ਲੈਂਦੇ ਹਾਂ ਇਹ ਬੇਹਿਸਾਬ ਕਰਜ਼ਾ ਨਹੀਂ ਲੈ ਸਕਦੇ। ਇਹ ਜੋ ਸਾਡੀ GSDP ਹੁੰਦੀ ਹੈ ਉਹਦਾ 3% ਅਸੀਂ ਕਰਜ਼ਾ ਲੈ ਸਕਦੇ। ਸਾਨੂੰ ਇਸ ਸਾਲ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਛੋਟ ਦਿੱਤੀ ਸੀ ਉਹ 5% ਦੀ ਸੀ, ਕਿਉਂਕਿ ਹਾਲਾਤ ਹੀ ਐਸੇ ਬਣ ਗਏ ਸਾਰੇ ਸਟੇਟਾਂ ਨੂੰ, ਇਕੱਲੇ ਪੰਜਾਬ ਨੂੰ ਨਹੀਂ। ਪੰਜਾਬ ਨੇ ਇਸ ਸਾਲ ਵੀ 3% ਹੀ ਕਰਜ਼ਾ ਵਰਤਿਆ। ਅਸੀਂ 5, ਹਾਲਾਂਕਿ ਸਾਡੇ ਕੋਲ ਗੁੰਜਾਇਸ਼ ਸੀਗੀ, ਅਸੀਂ ਜੋ ਪ੍ਰੈਸਕ੍ਰਾਈਬਡ ਲਿਮਿਟ ਸੀ ਅਸੀਂ 3 ਤੇ ਹੀ ਰੱਖੀ, 5 ਤੇ ਨਹੀਂ ਲੈ ਕੇ ਗਏ। ਜਿਹੜਾ ਅਗਲਾ ਸਾਲ ਹੈ ਗਵਰਨਮੈਂਟ ਆਫ ਇੰਡੀਆ ਨੇ ਲਿਮਿਟ ਪ੍ਰੈਸਕ੍ਰਾਈਬ ਕੀਤੀ ਹੈ 4% ਦੀ ਕਰਜ਼ੇ ਦੀ, ਮੈਂ ਇਹਨੂੰ 4% ਤੋਂ ਥੱਲੇ ਰੱਖਾਂਗਾ। ਸੋ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਹੁਣ ਅਸੀਂ ਅੱਗੇ ਵੱਧ ਰਹੇ ਹਾਂ, ਅਤੇ ਜਿਹੜੀ ਤੁਸੀਂ ਗੱਲ ਕੀਤੀ ਪੈਨਸ਼ਨਾਂ ਵੀ ਦੇਣੀਆਂ ਵਧਾ ਦਿੱਤੀਆਂ, ਤੁਸੀਂ ਸ਼ਗਨ ਸਕੀਮ ਵੀ ਵਧਾ ਦਿੱਤੀ ਹੈਗੀ ਹੈ, ਅਤੇ ਔਰਤਾਂ ਨੂੰ ਮੁਫਤ ਸਫ਼ਰ ਦੇਣ ਦੀ ਗੱਲ ਕੀਤੀ ਹੈ। ਜੇ ਲਗਭਗ ਔਰਤਾਂ ਜੋ ਛੋਟੀ ਬੱਚੀਆਂ ਨੂੰ ਆਪਾਂ 3 ਸਾਲ ਦੇ ਨੂੰ ਕੱਢ ਵੀ ਦਈਏ ਵਿੱਚੋਂ, ਬਾਕੀ ਔਰਤਾਂ ਦੀ ਗਿਣਤੀ ਆਪਣੇ ਪੰਜਾਬ ਦੇ ਵਿੱਚ ਲਗਭਗ 125 ਕਰੋੜ ਬਣ ਜਾਂਦੀ ਹੈ। ਅਤੇ ਇੰਨੀਆਂ ਔਰਤਾਂ ਜਦੋਂ
ਸਫ਼ਰ ਮੁਫਤ ਵਿੱਚ ਕਰਨਗੀਆਂ ਤੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਅਸਰ ਪਊਗਾ, ਕਿੰਨਾ ਕੁ ਅਸਰ ਪਊਗਾ ਤੇ ਉਹਦੇ ਲਈ ਤੁਸੀਂ ਇਨਕਮ ਦੇ ਸਰੋਤ ਕੀ ਰੱਖੇ ਨੇ? ਸਰ ਮੈਂ ਇਸ ਬਜਟ ਦੇ ਵਿੱਚ 150 ਕਰੋੜ ਰੁਪਇਆ ਇਹ ਜਿਹੜਾ ਸਰਕਾਰੀ ਬੱਸਾਂ 'ਚ ਮੁਫਤ ਸਫ਼ਰ ਹੈ ਇਹਦੇ ਵਾਸਤੇ ਰੱਖਿਆ ਹੈ। ਜੋ ਸਾਨੂੰ ਫੀਡਬੈਕ ਆਈ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਬੱਸਾਂ ਹੈ ਇਹਦੇ 'ਚ 50% ਹੀ ਸੀਟਾਂ ਭਰੀਆਂ ਹੁੰਦੀਆਂ ਔਰ ਜੇ 50% ਸੀਟਾਂ ਭਰੀਆਂ ਤੇ ਜੇ 25 ਔਰਤਾਂ ਵੀ ਵਿੱਚ ਜਾ ਕੇ ਬੈਠ ਜਾਣਗੀਆਂ ਤਾਂ ਉਹਦੀ ਜਿਹੜੀ ਮੇਨਟੇਨੈਂਸ ਹੈ, ਆਪਰੇਸ਼ਨ ਹੈ ਬੱਸ ਦਾ, ਤਾਂ ਕੋਈ ਫਰਕ ਨਹੀਂ ਪਏਗਾ। ਸੀਟਾਂ ਖਾਲੀ ਆ, ਉਹਦੇ 'ਚ ਜਿਹੜੀ ਔਰਤ ਜਾਂ ਮਹਿਲਾ ਬੈਠ ਜਾਏਗੀ ਤਾਂ ਉਹਦੇ 'ਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਬੱਸ ਭਰ ਕੇ ਚਲੀ ਜਾਏਗੀ। 150 ਕਰੋੜ ਰੁਪਏ ਰੱਖਿਆ, ਪਰ ਮੈਂ ਗਲਤ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਔਰਤਾਂ ਇਕੱਲੀਆਂ ਕਦੇ ਸਫ਼ਰ ਨਹੀਂ ਕਰਦੀਆਂ, ਉਹਨਾਂ ਦਾ ਬੇਟਾ, ਉਹਨਾਂ ਦਾ ਭਰਾ, ਉਹਨਾਂ ਦਾ ਖਾਵੰਦ ਉਹਨਾਂ ਦੇ ਨਾਲ ਹੁੰਦਾ। ਔਰ ਜੇ ਅਸੀਂ ਇਹ ਅਟਰੈਕਸ਼ਨ ਦੇ ਦਾਂਗੇ ਕਿ ਔਰਤ ਦੀ ਟਿਕਟ ਨਹੀਂ ਲੱਗੇਗੀ ਔਰ ਮਰਦ ਜਿਹੜਾ ਹੈ ਉਹਦੇ ਨਾਲ ਉਹਦੀ ਟਿਕਟ ਲੱਗੇਗੀ, ਹੋ ਸਕਦਾ ਸਾਡਾ ਪੰਜਾਬ ਰੋਡਵੇਜ਼ ਦਾ ਰੈਵਨਿਊ ਹੀ ਵੱਧ ਜਾਏ। ਜੀ। ਐਸੇ ਕਿਸਾਨੀ ਅੰਦੋਲਨ ਜਾਰੀ ਹੈਗਾ, ਇਸ ਬਜਟ ਦੇ ਵਿੱਚ ਕਿਸਾਨਾਂ ਨੂੰ ਤੁਸੀਂ ਕੀ ਤੋਹਫੇ ਦਿੱਤੇ ਨੇ? ਸਭ ਤੋਂ ਵੱਡਾ ਤਾਂ ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਕਿ 1100 ਕਰੋੜ ਰੁਪਇਆ ਉਹ ਜਿਹੜੀਆਂ ਨਵੀਆਂ ਸਕੀਮਾਂ ਹੈ ਐਗਰੀਕਲਚਰ ਦੇ ਵਿੱਚ, ਹਾਰਟੀਕਲਚਰ ਦੇ ਵਿੱਚ, ਡੇਅਰੀ ਦੇ ਵਿੱਚ, ਔਰ ਇਸ ਦੇ ਨਾਲ ਜਿਹੜਾ ਐਲਾਈਡ ਜਿਹੜਾ ਇਹਦੇ ਨਾਲ ਜੁੜਦਾ ਹੈ ਉਹ ਨਹਿਰੀ ਨਿਜ਼ਾਮ ਜਿਹੜਾ ਹੈ ਪੰਜਾਬ ਦਾ, ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। 3000 ਕਰੋੜ ਰੁਪਏ ਜਿਹੜਾ ਨਹਿਰੀ ਨਿਜ਼ਾਮ ਵਾਸਤੇ ਰੱਖਿਆ ਹੈ, ਕਿਉਂਕਿ ਜੇ ਪਾਣੀ ਹੋਏਗਾ ਤਾਂ ਖੇਤੀ ਹੋਏਗੀ, ਪਾਣੀ ਤੋਂ ਬਗੈਰ ਤਾਂ ਖੇਤੀ ਨਹੀਂ ਹੋ ਸਕਦੀ। ਔਰ ਖ਼ਾਸ ਕਰਕੇ ਜਿਹੜਾ ਮਾਝੇ ਦਾ ਅਤੇ ਦੁਆਬੇ ਦਾ ਇਲਾਕਾ ਹੈ, ਕਿਉਂਕਿ ਉੱਥੇ ਪਾਣੀ ਮਿੱਠਾ ਸੀ, ਪਾਣੀ ਬੜਾ ਜ਼ਮੀਨ ਦੇ ਉੱਤੇ ਨਜ਼ਦੀਕ ਸੀਗਾ। ਨਹਿਰਾਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ, ਡੈਰੀਲਿਕਟ ਹੋ ਗਈਆਂ। ਔਰ ਅਸੀਂ ਇਸ ਬਜਟ ਦੇ ਵਿੱਚ ਮੋਟੇ ਪੈਸੇ ਰੱਖੇ ਹੈ ਜਿਹੜੀ ਬਿਸ਼ਤ ਦੁਆਬ ਕਨਾਲ ਦੀ ਲਾਈਨਿੰਗ ਵਾਸਤੇ, ਲਾਹੌਰ ਬ੍ਰਾਂਚ ਵਾਸਤੇ, ਅਪਰ ਬਾਰੀ ਦੁਆਬ, ਕਿ ਮਾਝੇ ਅਤੇ ਦੁਆਬੇ ਨੂੰ ਵੀ ਮਾਲਵੇ ਦੀ ਤਰਜ਼ 'ਤੇ ਅਸੀਂ ਸਰਫੇਸ ਵਾਟਰ ਪਹੁੰਚਾਈਏ ਤਾਂ ਕਿ ਕਿਸਾਨ ਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਇਜ਼ਾਫਾ ਹੋ ਸਕੇ। ਡੇਅਰੀ ਡਿਵੈਲਪਮੈਂਟ 'ਤੇ ਵੀ ਅਸੀਂ ਕਾਫੀ ਜ਼ੋਰ ਦਿੱਤਾ ਹੈ, ਹਾਰਟੀਕਲਚਰ 'ਤੇ ਵੀ ਜ਼ੋਰ ਦਿੱਤਾ ਹੈ। ਔਰ ਜਿਹੜੀ ਪ੍ਰਾਈਸ ਡਿਫਰੈਂਸ਼ੀਅਲ ਹੈ, ਬਾਗਬਾਨੀ ਜਿਵੇਂ ਕਿੰਨੋ ਹੋ ਗਏ, ਪੋਟੇਟੋ ਹੋ ਗਏ, ਉਹਦੀ ਡੈਫੀਸ਼ੀਐਂਸੀ ਵਾਸਤੇ ਵੀ ਅਸੀਂ ਖਾਸ ਰਕਮਾਂ ਰੱਖੀਆਂ। ਡਾਈਵਰਸੀਫਿਕੇਸ਼ਨ, 2 ਨਵੀਆਂ ਸ਼ੂਗਰ ਮਿਲਸ ਬਟਾਲਾ ਅਤੇ ਗੁਰਦਾਸਪੁਰ, ਉਹਨਾਂ ਦੀ ਐਕਸਪੈਂਸ਼ਨ ਦਾ ਵੀ ਇਸ ਬਜਟ 'ਚ ਰੱਖਿਆ। ਸੋ ਕੋਸ਼ਿਸ਼ ਇਹੀ ਕੀਤੀ ਹੈ ਕਿ ਕਿਸਾਨ ਜਿਹੜਾ ਹੈ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਔਰ ਜੇ ਤੁਸੀਂ ਇਹ ਵੀ ਪੜ੍ਹਿਆ ਹੋਣਾ ਕਿ ਪਹਿਲਾ ਸੂਬਾ ਹੈ ਪੰਜਾਬ ਜਿਹਨੇ ਆਪਣੇ ਖੇਤ ਮਜ਼ਦੂਰ ਹੈ, ਇੰਡੀਆ 'ਚ ਕਿਸੇ ਸਟੇਟ ਨੇ ਨਹੀਂ ਕੀਤਾ। ਉਹ ਖੇਤੀ ਤਾਂ ਕਰਦੇ ਹੈ ਪਰ ਉਹਦੀ ਮਲਕੀਅਤ ਹੈ ਨਹੀਂ, ਕੰਮ ਤਾਂ ਖੇਤਾਂ 'ਚ ਹੀ ਕਰਦੇ ਆ। ਉਹਨਾਂ 'ਤੇ ਜਿਹੜਾ ਕਰਜ਼ਾ ਹੈ ਉਹ ਵੀ 523 ਕਰੋੜ ਰੁਪਇਆ ਐਤਕੀ ਰਾਈਟ ਆਫ ਕਰਨ ਦਾ ਸਰਕਾਰ ਦਾ ਇਸ ਬਜਟ ਦੇ ਵਿੱਚ ਤਜਵੀਜ਼ ਹੈ। ਤੁਸੀਂ ਜਦੋਂ ਸਰਕਾਰ ਤੁਹਾਡੀ ਬਣੀ ਤਾਂ ਤੁਸੀਂ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ 2 ਲੱਖ ਦੇ ਕਰਜ਼ੇ ਤੱਕ ਲਕੀਰ ਮਾਰੀ ਤੇ ਕਾਫੀ ਕਿਸਾਨਾਂ ਨੂੰ ਫਾਇਦਾ ਵੀ ਹੋਇਆ ਇਸ ਸਕੀਮ ਦਾ, ਲੇਕਿਨ ਉਸ ਦੇ ਬਾਵਜੂਦ ਵੀ ਲਗਭਗ 1400-1500 ਕਿਸਾਨ ਖੁਦਕੁਸ਼ੀਆਂ ਹਾਲੇ ਵੀ ਕਰ ਗਏ। ਮਤਲਬ ਕਿ ਤੁਸੀਂ ਚਾਹੁੰਦੇ ਸੀ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਿਆ ਜਾਵੇ, ਉਸ ਦੇ ਬਾਵਜੂਦ ਵੀ ਕਿਸਾਨ ਬੋਝ ਦੇ ਹੇਠੋਂ ਨਹੀਂ ਬਾਹਰ ਆਏ। ਤੁਹਾਨੂੰ ਨਹੀਂ ਲੱਗਦਾ ਕਿ ਸਰ ਛੋਟੂ ਰਾਮ ਹੋਰਾਂ ਨੇ ਜੋ ਆਈਡੀਆਜ਼ ਦਿੱਤੇ ਸੀ ਉਹਨਾਂ ਦੇ ਉੱਤੇ ਵਰਕ ਕਰਨ ਦੀ ਲੋੜ ਸੀ, ਇਤਿਹਾਸ ਨੂੰ ਅੱਜ ਪੜ੍ਹਨ ਦੀ ਲੋੜ ਸੀ? ਸਭ ਮੈਨੂੰ ਲੱਗਦਾ ਹੈ ਕਿ ਪੰਜਾਬ ਵਾਹਦ ਸੂਬਾ ਹੈ ਜਿਹੜਾ ਕਿ ਜਦੋਂ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ ਤਾਂ ਉਹਦੀ ਕੰਪਨਸੇਸ਼ਨ, ਉਹਦਾ ਕਰਜ਼ਾ, ਜਾਂ ਉਹ ਇੱਥੋਂ ਤੱਕ ਕਿ ਕਿਸਾਨੀ ਸੰਘਰਸ਼ ਦੇ ਵਿੱਚ ਵੀ ਪੰਜਾਬ ਇੱਕੋ ਇੱਕ, ਤੁਸੀਂ ਇੰਡੀਆ ਦਾ ਕੋਈ ਸੂਬਾ ਗਿਣਾ ਦਿਓ ਜਿਹੜਾ ਕਿਸਾਨ ਸੰਘਰਸ਼ ਸ਼ਹੀਦ ਹੁੰਦਾ ਉਹਦੇ ਬੇਟੇ ਨੂੰ ਸਰਕਾਰੀ ਨੌਕਰੀ, ਉਹਨੂੰ 5 ਲੱਖ ਦੀ ਕੰਪਨਸੇਸ਼ਨ। ਇੰਡੀਆ 'ਚ ਕੋਈ ਸੂਬਾ ਨਹੀਂ ਹੈ। ਤੁਸੀਂ ਜਰਨਲਿਸਟ ਹੋ, ਤੁਸੀਂ ਪਤਾ ਕਰੋ ਕਿ ਕੋਈ ਹੋਰ ਸਟੇਟ ਹੈ ਜਿਹੜਾ 14,000 ਕਰੋੜ ਦੀ ਬਿਜਲੀ ਦੀ ਸਬਸਿਡੀ ਦਿੰਦਾ ਹੈ। ਅਸੀਂ ਮਤਲਬ ਪੰਜਾਬ ਜਿਹੜਾ ਹੈ, ਕਿਉਂਕਿ ਪੰਜਾਬ ਦਾ ਪ੍ਰਾਇਮਰੀ ਐਗਰੀਕਲਚਰ ਨਾਲ ਜੁੜਿਆ ਹੋਇਆ ਹੈ। ਪੰਜਾਬ ਦਾ ਕੋਈ ਤਬਕਾ ਐਸਾ ਨਹੀਂ ਹੈ ਜਿਹੜਾ ਕਿਸਾਨ ਦਾ ਖੈਰ ਖੁਆਹ ਨਹੀਂ ਹੈ, ਪਰ ਇੱਕ ਕੰਪੀਟਿੰਗ ਇੰਟਰਸਟ ਵੀ ਹੁੰਦੇ ਹੈ। ਕੰਪੀਟਿੰਗ ਇੰਟਰਸਟ ਦੱਸਾਂ, ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੈ ਔਰ ਕਾਫੀ ਮੋਟੀ ਤਨਖਾਹ ਦੇਣੀ ਹੈ, ਬੁਢਾਪਾ ਪੈਨਸ਼ਨ ਦੇਣੀ ਹੈ, ਬਿਜਲੀ ਬੋਰਡ ਨੂੰ ਸਬਸਿਡੀ ਦੇਣੀ ਹੈ, ਨਹਿਰਾਂ ਦਾ ਨਿਜ਼ਾਮ ਚਲਾਉਣਾ ਹੈ, ਲੋਕਾਂ ਦਾ ਹਸਪਤਾਲਾਂ 'ਚ ਇਲਾਜ ਕਰਨਾ ਹੈ, ਸਕੂਲਾਂ 'ਚ ਬੱਚੇ ਪੜ੍ਹਾਉਣੇ ਹੈ, ਪੁਲਿਸ ਦਾ ਜਿਹੜਾ ਸਾਰਾ ਬੰਦੋਬਸਤ ਹੈ ਉਹ ਕਰਨਾ ਹੈ। ਸੋ ਇਹ ਸਾਰੇ ਕੰਪੀਟਿੰਗ ਇੰਟਰਸਟ ਜਿਹੜੇ ਆ ਇੱਕ ਦੂਜੇ ਨਾਲ, ਜੇ ਕਹੇ ਕਿ ਸਿਰਫ ਕਿਸਾਨ ਜਾਂ ਕਿ ਮੁਲਾਜ਼ਮ ਜਾਂ ਮਜ਼ਦੂਰ ਜਾਂ ਵਪਾਰੀ, ਇਹ ਨਹੀਂ ਹੋ ਸਕਦਾ।
ਸਾਰਿਆਂ ਨੂੰ ਇੱਕ ਬੈਲੈਂਸ ਜਾਂ ਇਹਨਾਂ ਦਾ ਤਵਾਜ਼ਨ ਬਣਾ ਕੇ ਰੱਖਣਾ ਪੈਂਦਾ। ਮਨਪ੍ਰੀਤ ਜੀ, ਤੁਸੀਂ ਬਹੁਤ ਸਿਆਣੇ ਸਿਆਸਤਦਾਨ ਹੈਗੇ ਹੋ। ਜਿਵੇਂ ਸਰ ਛੋਟੂ ਰਾਮ ਹੋਰਾਂ ਨੇ ਇੱਕ ਆਈਡੀਆ ਦਿੱਤਾ ਸੀਗਾ ਕਿ ਜਿਹੜੇ ਕਿਸਾਨ ਨੇ 1 ਲੱਖ ਕਰਜ਼ਾ ਚੁੱਕਿਆ ਤੇ ਜੇ ਉਹ ਕਰਜ਼ਾ ਤਾਰਦਾ ਵਿਆਜ ਉਹਦੀ 2 ਲੱਖ ਤੱਕ ਭਰ ਦਿੰਦਾ ਤੇ ਉਸ ਦੇ ਬਾਵਜੂਦ ਵੀ ਕਰਜ਼ੇ ਦੇ ਬੋਝ ਹੇਠ ਦੱਬਿਆ ਰਹਿੰਦਾ ਤੇ ਉਸ ਦੇ ਸਾਰੇ ਕਰਜ਼ੇ ਦੇ ਉੱਤੇ ਲਕੀਰ ਵੱਜ ਜਾਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਸ ਉੱਤੇ ਕੰਮ ਕਰਨ ਦੀ ਲੋੜ ਹੈ? ਕੋਆਪਰੇਟਿਵ ਬੈਂਕ ਦੇ ਵਿੱਚ ਤਾਂ ਇਹ ਹੋ ਚੁੱਕਿਆ ਹੈ, ਔਰ ਅਸੀਂ ਇਹ ਵੀ ਪਾਸ ਕੀਤਾ ਹੈ ਕਿ ਜਿਹੜਾ ਕਿਸਾਨ ਦੇ 2.5 ਏਕੜ ਤੋਂ ਉਹਦੀ ਜ਼ਮੀਨ ਦੀ ਨਿਲਾਮੀ ਨਹੀਂ ਹੋ ਸਕਦੀ, ਇਹ ਪੰਜਾਬ ਦੇ ਕਾਨੂੰਨ ਦਾ ਹਿੱਸਾ ਹੈ। ਪਰ ਜਿਹੜੇ ਕੋਈ ਕਮਰਸ਼ੀਅਲ ਟ੍ਰਾਂਜੈਕਸ਼ਨ ਹੈ, ਮੈਨੂੰ ਲੱਗਦਾ ਉਹਦੇ ਤੇ ਸ਼ਾਇਦ ਸਾਡਾ ਅਖਤਿਆਰ ਹੀ ਨਾ ਹੋਵੇ। ਜੀ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਸਾਰੀਆਂ ਫਸਲਾਂ ਉੱਤੇ MSP ਦਾ ਵੀ ਐਲਾਨ ਕਰ ਸਕਦੀ ਹੈ ਇਸ ਬਜਟ ਦੇ ਵਿੱਚ, ਕਿ ਇਸ ਉੱਤੇ ਵੀ ਵਿਚਾਰ ਕੀਤਾ ਤੁਸੀਂ? ਮੈਂ ਕਿਹਾ ਕਿ ਹਾਰਟੀਕਲਚਰ ਦੇ ਵਿੱਚ ਅਸੀਂ ਐਲਾਨ ਕਰਤਾ ਹੈ, ਪਰ ਸਾਰੀਆਂ ਫਸਲਾਂ ਤੇ ਤਾਂ ਮੈਨੂੰ ਲੱਗਦਾ ਕਿਸਾਨ ਨੂੰ ਆਪ ਹੀ ਪਤਾ ਹੈ ਕਿ ਹੋ ਨਹੀਂ ਸਕਦਾ। 70-80 ਹਜ਼ਾਰ ਕਰੋੜ ਦੀ MSP ਔਰ ਫਿਰ ਇੱਕ ਚਾਵਲ ਜਾਂ ਕਿੱਥੇ ਵੇਚਣੇ ਔਰ ਕਿੱਥੇ ਤਕਸੀਮ ਕਰਨੇ, ਉਹ ਪੋਸੀਬਲ ਨਹੀਂ ਹੈ। ਤੁਸੀਂ ਬਹੁਤ ਸਾਰੇ ਵਰਗਾਂ ਨੂੰ ਖੁਸ਼ ਕਰ ਦਿੱਤਾ, ਲੇਕਿਨ ਪੰਜਾਬ ਦੀ ਜਿਹੜੀ ਜਨਤਾ ਹੈਗੀ, ਜਿਹੜੀ ਸਭ ਤੋਂ ਅੱਜ ਪਰੇਸ਼ਾਨ ਹੈ, ਦੁਖੀ ਹੈਗੀ ਹੈ, ਕਿਉਂਕਿ ਅਸੀਂ ਜ਼ਮੀਨੀ ਪੱਧਰ ਉੱਤੇ ਰਿਪੋਰਟਿੰਗ ਕਰਦੇ ਹਾਂ, ਉਹ ਇਸ ਗੱਲ ਤੋਂ ਦੁਖੀ ਨੇ। ਮੋਟੇ ਬਿੱਲ ਭਰਨੇ ਪੈ ਰਹੇ ਨੇ ਘਰੇਲੂ, ਤੇ ਤੁਸੀਂ ਕਿਸਾਨਾਂ ਦੇ ਬਿੱਲ ਤਾਂ ਮਾਫ ਕਰ ਦਿੱਤੇ। ਉਹਨਾਂ ਨੂੰ ਉਮੀਦਾਂ ਸੀ ਕਿ ਇਸ ਬਾਰੇ ਵੀ ਪੰਜਾਬ ਸਰਕਾਰ ਅੱਜ ਕੋਈ ਵੱਡਾ ਐਲਾਨ ਕਰੂਗੀ। ਦੇਖੋ, ਮੈਂ ਬਿਜਲੀ ਦੀ ਅਰਜ਼ ਕਰ ਰਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੈ, ਔਰ ਬਿਜਲੀ ਮਹਿੰਗੀ ਦੇ ਵਜ੍ਹਾ ਕਿ ਸਾਡਾ ਜਿਹੜਾ ਬਿਜਲੀ ਦਾ ਨਿਜ਼ਾਮ ਆ ਉਹ ਕੋਇਲੇ 'ਤੇ ਨਿਰਭਰ ਹੈ। ਕੋਇਲਾ ਜਿਹੜਾ ਹੈ ਬਿਹਾਰ, ਝਾਰਖੰਡ, ਉੜੀਸਾ ਦੀਆਂ ਖਾਨਾਂ ਤੋਂ ਆਉਂਦਾ ਹੈ। ਕੋਲੇ ਦਾ ਇੰਨਾ ਰੇਟ ਨਹੀਂ ਜਿੰਨਾ ਕੋਲੇ 'ਤੇ ਕਿਰਾਇਆ ਪੈ ਜਾਂਦਾ ਹੈ। ਸੋ ਸਾਨੂੰ ਪੰਜਾਬ ਨੂੰ ਮੀਡੀਅਮ ਟਰਮ ਕੋਲੇ ਵਾਲੀ ਬਿਜਲੀ ਤੋਂ ਨਿਕਲਣਾ ਪੈਣਾ ਹੈ। ਸਾਨੂੰ ਗੈਸ 'ਤੇ ਜਾਂ ਸੋਲਰ 'ਤੇ ਆਪਣੇ ਬਿਜਲੀ ਘਰ ਚਲਾਉਣੇ ਪੈਣੇ ਆ। ਔਰ ਜਿਸ ਤਰ੍ਹਾਂ ਮੈਂ ਕਿਹਾ, ਤੁਸੀਂ ਜਰਨਲਿਸਟ ਹੋ, ਤੁਸੀਂ ਪਤਾ ਕਰੋ ਕਿ 14,000 ਕਰੋੜ ਦੀ ਬਿਜਲੀ ਦੇ ਕੇ ਵੀ ਜੇ ਅਸੀਂ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਤਾਂ ਫਿਰ ਇਹ ਲਾਜ਼ਮੀ ਹੈ। ਔਰ ਜਿੰਨੀ ਸਸਤੀ ਬਿਜਲੀ ਹੋਊਗੀ ਉਨੀ ਜਲਦੀ ਪੰਜਾਬ ਤਰੱਕੀ ਕਰੂਗਾ ਔਰ ਉਨੀ ਛੇਤੀ ਕਰੂਗਾ। ਪਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਇਹ ਕਹਿ ਕੇ ਵੋਟਾਂ ਮੰਗੀਆਂ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਿਜਲੀ ਦੀ ਐਗਰੀਮੈਂਟ ਹੋਏ ਨੇ, ਪ੍ਰਾਈਵੇਟ ਕੰਪਨੀਆਂ ਦੇ ਨਾਲ ਸਮਝੌਤੇ ਹੋਏ ਨੇ, ਉਹ ਅਸੀਂ ਰੱਦ ਕਰਾਂਗੇ, ਉਸ ਤੋਂ ਬਾਅਦ ਬਿਜਲੀ ਸਸਤੀ ਹੋ ਜਾਏਗੀ। ਸਭ ਕੋਸ਼ਿਸ਼ ਤਾਂ ਹੈ, ਇਹਦੇ ਕੋਈ ਕਾਨੂੰਨੀ ਪੇਚੀਦਗੀਆਂ ਵੀ ਹੈ। ਔਰ ਇਸ ਵੇਲੇ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਉਹ ਵੀ ਸਾਡੀ ਕੋਈ ਦੋਸਤ ਨਹੀਂ ਹੈ, ਉਹ ਬੜੀ ਖੈਰਖਵਾਹ ਸਾਡੀ ਨਹੀਂ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਰੱਦ ਕਰ ਦਈਏ ਔਰ ਰੱਦ ਕਰਕੇ ਉਹ ਸਾਨੂੰ ਲੈਣੇ ਦੇ ਦੇਣੇ ਪੈ ਜਾਣ। ਔਰ ਅੱਜ ਤੱਕ ਇੰਡੀਆ 'ਚ ਕੋਈ ਨਹੀਂ, ਕਿਸੇ ਵੀ ਜਿਹੜੀ ਕੋਈ ਸਰਕਾਰ ਹੈ ਉਹਨਾਂ ਨੇ ਕਾਨੂੰਨਨ ਤੌਰ 'ਤੇ ਇਹ PPAs, ਔਰ ਗਵਰਨਮੈਂਟ ਆਫ ਇੰਡੀਆ ਦੇ ਆਪਣੇ ਇੰਟਰਸਟ ਹੋਣੇ ਹੈ, PPAs ਕੈਂਸਲ ਨਹੀਂ ਹੋਏ। ਹਾਲਾਂਕਿ UP ਸਾਰੇ ਸਰਕਾਰਾਂ ਨੇ ਕੀਤੇ, ਬਟ ਮੈਂ ਫਿਰ ਕਹਿੰਦਾ ਕਿ ਮੇਰਾ ਇਰਾਦਾ ਹੈ, ਹਾਂ, ਔਰ ਇਹ ਇਰਾਦਾ ਕਤਲ ਵੀ ਹੈ ਕਿ ਇਹ ਕਰਨਾ ਜ਼ਰੂਰ ਹੈ। ਬਟ ਜਦੋਂ ਹੀ ਮੌਕਾ ਮਿਲਿਆ ਮੈਂ ਵਾਰਦਾਤ ਕਰ ਦੂੰਗਾ। ਥੈਂਕ ਯੂ। ਸਾਨੂੰ ਲਗਭਗ 80 ਦੇਸ਼ਾਂ ਦੇ ਵਿੱਚ NRIs ਵੀ ਸੁਣ ਰਹੇ ਨੇ। ਇਸ ਬਜਟ ਦੇ ਵਿੱਚ NRIs ਲਈ ਕੀ ਕੁਝ ਖਾਸ? ਦੇਖੋ, NRIs ਵਾਸਤੇ ਤਾਂ ਜੇ ਪੰਜਾਬ ਜਿਹੜਾ ਵੀ NRI ਬੈਠਾ ਹੈ ਔਰ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਬੈਠਾ ਹੈ, ਜਦੋਂ ਰਾਤ ਨੂੰ ਆਪਦੇ ਸਿਰਹਾਣੇ 'ਤੇ ਸਿਰ ਰੱਖਦਾ ਹੈ ਤਾਂ ਉਹ ਪੰਜਾਬ ਦੀ ਖੈਰ ਮੰਗਦਾ ਹੈ। ਔਰ ਜੇ ਪੰਜਾਬ ਬੈਟਰ ਹੋ ਗਿਆ ਤਾਂ NRIs ਵਾਸਤੇ ਖੁਦ ਬੇ ਖੁਦ ਬੈਟਰ ਹੋ ਗਿਆ। ਉਹਨਾਂ ਦੀ ਧਰਤੀ ਮਾਂ ਹੈ। ਔਰ ਜਿਸ ਦਿਨ ਪੰਜਾਬ ਉਹ ਸਾਡੇ ਪੰਜਾਬੀ 'ਚ ਇੱਕ ਗੱਲ ਕਹਿੰਦੇ ਹੁੰਦੇ ਕਿ ਪਾਣੀ ਹਮੇਸ਼ਾ ਨੀਵੇਂ ਥਾਂ ਨੂੰ ਹੁੰਦਾ। ਅਸੀਂ ਥਾਂ ਨੀਵਾਂ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ। ਜਿੱਦਣ ਇਹ ਥਾਂ ਨੀਵਾਂ ਹੋ ਗਿਆ, ਇਹ ਸਾਰੇ NRI ਪੰਜਾਬ ਵਾਪਸ ਆ ਜਾਣਗੇ। ਜੀ, ਆਖਰੀ ਸਵਾਲ, ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਵੀ ਕਾਂਗਰਸ ਸਰਕਾਰ ਨੇ ਬਜਟ ਪੇਸ਼ ਕਰਨਾ ਹੁੰਦਾ ਸਾਨੂੰ ਚੁੱਕ ਕੇ ਥਾਣੇ ਵਿੱਚ ਲੈ ਜਾਂਦੇ ਨੇ। ਅੱਜ ਵੀ ਉਹ ਥਾਣੇ ਵਿੱਚ ਬੈਠੇ ਹੋਏ ਸੀ 3 ਸੈਕਟਰ ਦੇ ਚੰਡੀਗੜ੍ਹ, ਜਦੋਂ ਬਜਟ ਪੇਸ਼ ਤੁਸੀਂ ਕਰ ਰਹੇ ਸੀ। ਸਭ ਇਹਦਾ ਤਾਂ ਸਵਾਲ ਮੇਰੇ ਨਾਲੋਂ ਬਿਹਤਰ ਤੁਸੀਂ ਦੇ ਸਕਦੇ ਹੋ, ਕਿਉਂਕਿ ਤੁਸੀਂ ਪੱਤਰਕਾਰ ਹੋ। ਪਿਛਲੀ ਵਾਰੀ ਵੀ ਸ਼੍ਰੋਮਣੀ ਅਕਾਲੀ ਦਲ ਸਦਨ 'ਚ ਨਹੀਂ ਗਏ। ਉਹ ਮੇਰੇ ਘਰ ਦੇ ਅੱਗੇ ਉਹਨਾਂ ਨੇ ਇੱਥੇ ਘਰ ਦੇ ਘੇਰਨ ਦੀ ਕੋਸ਼ਿਸ਼ ਕੀਤੀ ਜਾਂ ਫਾਟਕ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਜੇ MLA ਇਸ ਕਿਸਮ ਦਾ ਰਵੱਈਆ ਰੱਖਣਗੇ ਕਿ ਫਾਈਨੈਂਸ ਮਿਨਿਸਟਰ ਦੇ ਘਰੇ ਆ ਕੇ ਕੋਈ ਤੋੜ ਫੋੜ ਕਰਨੀ ਚਾਹੁੰਦੇ ਆ, ਤਾਂ ਦੱਸੋ ਫਿਰ ਪੁਲਿਸ ਦਾ ਜਿਹੜਾ ਨਿਜ਼ਾਮ ਹੈ ਉਹ ਕੀ ਕਰੂ? ਇਹਦੇ ਦਾ ਦੋਸ਼ੀ ਕਾਂਗਰਸ ਹੈ ਕਿ ਉਹ ਉਹਨਾਂ ਦੇ ਆਪਣੇ ਰਵੱਈਏ ਹੈ। ਜਿਹੜਾ ਸਦਨ ਦੇ ਵਿੱਚ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦੇ ਅਸੈਂਬਲੀ 'ਚ ਬੋਲ ਹੀ ਨਾ ਸਕੇ? ਅਕਾਲੀ ਦਲ ਨੇ ਆਪਣੀ ਗੱਲ ਸੁਣਾਤੀ, ਚੀਫ ਮਿਨਿਸਟਰ ਨੂੰ ਕਹਿੰਦੇ ਅਸੀਂ ਬੋਲਣ ਨਹੀਂ ਦੇਣਾ। ਤੁਸੀਂ ਇਸ ਗੱਲ ਦੀ ਗਵਾਹੀ ਭਰ ਸਕਦੇ ਹੋ ਤੁਹਾਡੇ ਦਰਸ਼ਕਾਂ ਸਾਹਮਣੇ ਕਿ ਸਪੀਕਰ ਨੇ, ਜਿਹਨੂੰ ਸਾਡੇ ਮਾਲਵੇ 'ਚ, ਤੁਹਾਡੇ ਇਲਾਕੇ 'ਚ ਤਾਂ ਨਹੀਂ, ਸਾਡੇ ਮਾਲਵੇ 'ਚ ਕਹਿੰਦੇ ਆ ਕਿ ਲੜੀਆਂ ਕੱਢੀਆਂ, ਉਹਨਾਂ ਦੀਆਂ ਮਿੰਨਤਾਂ ਕੀਤੀਆਂ ਕਿ ਯਾਰ ਤੁਸੀਂ ਇੱਕ ਵਾਰੀ CM ਸਾਹਿਬ ਨੂੰ ਬੋਲ ਲੈਣ ਦਿਓ, ਜਿਹੜੇ ਤੁਹਾਡੇ ਸਵਾਲ ਹੋਣਗੇ ਮੈਂ ਜਵਾਬ ਦਵਾਉਂਗਾ। ਪਰ ਜਦੋਂ ਉਹ 3-4 ਵਾਰੀ ਵੀ ਨਹੀਂ ਮੰਨੇ ਔਰ 2-3 ਵਾਰੀ ਉਹਨਾਂ ਨੂੰ ਸੈਸ਼ਨ ਜਿਹੜਾ ਮਤਲਬ ਉਹਨੂੰ ਰਿਸੈਸ ਦੇਣੀ ਪਈ, ਅਤੇ ਸਪੀਕਰ ਸਾਹਿਬ ਨੇ ਇੱਕ ਬੜੀ ਅਹਿਮ ਗੱਲ ਕਹੀ। ਉਹ ਕਹਿੰਦਾ ਵੀ ਮੇਰਾ ਧਰਮ ਹੈ
ਇੱਕ ਸਪੀਕਰ ਦਾ ਧਰਮ ਹੈ ਕਿ ਹਾਊਸ ਤਾਂ ਚਲਾਉਣਾ ਹੀ ਹੈ। ਜੀ ਜੀ ਜੇ ਅਕਾਲੀ ਦਲ ਵਾਲੇ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਇਹਦਾ ਕੀ ਹੱਲ ਹੈ ਕਿ ਹਾਊਸ ਚੱਲੇ ਹੀ ਨਾ। 12 ਤਾਂ ਨਹੀਂ, ਮਤਲਬ 13 ਕੁ ਜਣੇ ਹੋਣੇ ਆ। 13 ਜਣੇ 80 ਬੰਦਿਆਂ ਦੀ ਕਾਰਵਾਈ ਕਿਵੇਂ ਰੋਕ ਸਕਦੇ? ਇਹ ਵੀ ਤਾਂ ਇੱਕ ਜਮਹੂਰੀਅਤ ਹੈ ਨਾ, ਇਹ ਵੀ ਲੋਕ ਰਾਜ ਦੀ ਗੱਲ ਹੈ। ਜੀ ਜੀ ਥੈਂਕ ਯੂ ਸਰ। ਸ਼ੁਕਰੀਆ ਸਰ। ਸੋ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਬਹੁਤ ਸਾਰੇ ਚਾਨਣਾ ਪਾਇਆ ਬਜਟ ਦੇ ਵਿੱਚ ਕੀ ਕੁਝ ਖਾਸ ਹੈਗਾ, ਕਿਵੇਂ ਤੋਹਫੇ ਦਿੱਤੇ ਗਏ ਨੇ। ਖਾਸ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਬਿਜਲੀ ਵੀ ਸਸਤੀ ਕਰਨਾ ਚਾਹੁੰਦੇ ਨੇ ਤੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹ ਬਿਜਲੀ ਜ਼ਰੂਰ ਪੰਜਾਬ ਦੇ ਲੋਕਾਂ ਲਈ ਸਸਤੀ ਕਰਨਗੇ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।